ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਲਓ ਜੀ, ਅੱਜ ਹੈ ਸੰਡੇ, ਸਵੇਰ ਦੇ ਵੱਜ ਗਏ ਹੈਗੇ 6:15 ਅਤੇ ਅਸੀਂ ਚੱਲੇ ਹਾਂ ਮੂਸੇ ਪਿੰਡ, ਸਿੱਧੂ ਮੂਸੇਵਾਲੇ ਦੇ ਪਿੰਡ। ਉਹਦੀ ਸਮਾਧ 'ਤੇ ਚੱਲੇ ਹੈਗੇ। ਜਦੋਂ ਅਸੀਂ ਘਰੋਂ ਨਿਕਲੇ ਉਹਦੀ ਥੋੜ੍ਹਾ ਮੀਂਹ ਪੈ ਰਿਹਾ ਸੀ ਅਤੇ ਮੇਰੇ ਹਸਬੈਂਡ ਨੇ ਲੋਈ ਲੈ ਲਈ। ਬਸ ਮੇਰੇ ਹੱਥ ਦੇ ਵਿੱਚ ਲੋਈ ਆ ਗਈ, ਮੈਂ ਉਹੀ ਚੱਕ ਲਈ। ਮੈਂ ਆਖਿਆ ਮਨਿੰਦਰ ਅਤੇ ਤੁਸੀਂ ਚੱਲ ਆਪਦੇ ਉੱਪਰ ਲੈ ਲਿਓ, ਤੁਹਾਡੇ ਕੱਪੜੇ ਨਾ ਗਿੱਲੇ ਹੋਣ। ਚਲਦੇ ਸਾਰੇ ਜਦੋਂ ਜਾ ਰਹੇ ਸੀ ਰਸਤੇ ਵਿੱਚ ਮੀਂਹ ਜ਼ਿਆਦਾ ਵੱਧ ਗਿਆ ਅਤੇ ਮੈਨੂੰ ਮੂੰਹ 'ਤੇ ਇੰਨੀਆਂ ਕਣੀਆਂ ਲੱਗ ਰਹੀਆਂ ਸੀਗੀਆਂ, ਵੀਡੀਓ ਦੇ ਵਿੱਚ ਨਹੀਂ ਦਿਖਾਈ ਦੇ ਰਹੀਆਂ, ਅੱਖਾਂ ਵੀ ਨਹੀਂ ਖੁੱਲ੍ਹ ਰਹੀਆਂ ਸੀਗੀਆਂ। ਅਸੀਂ ਨੇ ਮੰਮੀ ਹੋਰਾਂ ਕੋਲ ਉਹਨਾਂ ਦੇ ਘਰ ਜਾਣਾ ਸੀਗਾ ਅਤੇ ਕਿਉਂਕਿ ਮੇਰੇ ਜੀਜਾ ਜੀ ਆਏ ਸੀ ਪਟਿਆਲੇ ਤੋਂ ਅਤੇ ਉਹਨਾਂ ਨੇ ਜਾਣਾ ਸੀਗਾ ਮਾਖੇ ਪਿੰਡ। ਜਿਹੜਾ ਮਾਖਾ ਪਿੰਡ ਹੈਗਾ ਉਹ ਮੂਸੇ ਪਿੰਡ ਦੇ ਕੋਲ ਹੀ ਹੈਗਾ। ਮਾਖੇ ਪਿੰਡ ਉਹਨਾਂ ਦੇ ਸਿਸਟਰ ਵਿਆਹੇ ਹੋਏ ਨੇਗੇ, ਉਹਨਾਂ ਨੇ ਉੱਥੇ ਕੰਮ ਸੀਗਾ, ਉਹਨਾਂ ਨੇ ਜਾਣਾ ਸੀ ਉੱਥੇ ਕੰਮ। ਅਤੇ ਉਹ ਕਹਿੰਦੇ ਚਲੋ ਵੀ ਅਸੀਂ ਤੁਹਾਨੂੰ ਛੱਡ ਦਾਂਗੇ ਉੱਥੇ, ਮੈਂ ਤੁਹਾਨੂੰ ਛੱਡ ਦੂੰ ਅਤੇ ਚਲੋ ਵੀ ਤੁਸੀਂ ਮੇਰੇ ਨਾਲ ਹੀ ਚੱਲ ਵੜੋ। ਮੇਰੇ ਹਸਬੈਂਡ ਸਾਡੇ ਨਾਲ ਨਹੀਂ ਗਏ ਕਿਉਂਕਿ ਉਹ ਪਹਿਲਾਂ ਜਾ ਆਏ ਸੀਗੇ ਸਮਾਧ 'ਤੇ ਅਤੇ ਮੈਂ ਗਈ ਸੀ ਮੇਰੀ ਮੰਮੀ ਹੋਣਾ ਦੇ ਨਾਲ। ਮੇਰੀ ਮੰਮੀ ਸੀਗੀ, ਕਰਮਵੀਰ ਭਾਬੀ ਸੀ, ਸਿੰਮੂ, ਦਿਲਕਸ਼, ਮਣੀ, ਬਸ ਅਸੀਂ ਗਏ ਸੀਗੇ। ਰਸਤੇ ਦੇ ਵਿੱਚ ਮੀਂਹ ਥੋੜ੍ਹਾ ਜ਼ਿਆਦਾ ਤੇਜ਼ ਹੋ ਗਿਆ ਅਤੇ ਚਾਰੇ ਪਾਸੇ ਹਰਿਆਲੀ ਦਿਖ ਰਹੀ ਸੀਗੀ ਅਤੇ ਪੇੜ ਪੌਦੇ ਸਾਰੇ ਮੀਂਹ ਦੇ ਨਾਲ ਐਨ ਵਧੀਆ ਸਾਫ ਸੁਥਰੇ ਹੋਏ ਪਏ ਸੀ। ਲਓ ਜੀ, ਅਸੀਂ ਪਹੁੰਚ ਗਏ ਸੁਨਾਮ ਹੈ ਸ਼ਹੀਦ ਊਧਮ ਸਿੰਘ ਦਾ ਪਿੰਡ ਅਤੇ ਇੱਥੇ ਪਹੁੰਚ ਗਏ ਅਸੀਂ। ਕੋਈ ਵੀ ਕੰਮ ਹੈਗਾ ਜੇ ਆਪਾਂ ਦਿਲੋਂ ਐ ਮੰਨ ਲਈਏ ਵੀ ਹਾਂ ਅੱਜ ਆਪਾਂ ਨੇ ਇਹ ਕੰਮ ਕਰਨਾ ਹੀ ਕਰਨਾ ਹੈਗਾ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਕੰਮ ਵਧੀਆ ਹੀ ਹੁੰਦਾ ਗਾ। ਤੁਸੀਂ ਇਹ ਹਨੇਰੀ ਮੀਂਹ ਨੂੰ ਕਦੇ ਵੀ ਨਾ ਦੇਖੋ ਵੀ ਮੌਸਮ ਖਰਾਬ ਹੈ ਜਾਂ ਐਵੇਂ ਹੈਗਾ, ਕੁਛ ਵੀ ਨਹੀਂ। ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਛ ਵਧੀਆ ਹੀ ਹੁੰਦਾ ਗਾ। ਇੱਥੇ ਮੀਂਹ ਕਾਫੀ ਉਤਰ ਗਿਆ ਸੀਗਾ, ਸਾਨੂੰ ਵੀ ਲੱਗ ਰਿਹਾ ਸੀਗਾ ਪਤਾ ਨਹੀਂ ਅੱਗੇ ਕਿੰਨਾ ਕੁ ਜ਼ਿਆਦਾ ਮੀਂਹ ਹੋਊਗਾ। ਘਰੋਂ ਤਾਂ ਤੁਰ ਪਏ ਸੀਗੇ ਪਰ ਚਲੋ ਵਾਹਿਗੁਰੂ ਦੇ ਭਰੋਸੇ ਤੁਰ ਪਏ। ਚਲੋ ਕੁਛ ਨਹੀਂ ਹੁੰਦਾ, ਪਰਮਾਤਮਾ ਆਪਣੇ ਆਪ ਹੀ ਸਭ ਕੁਛ ਠੀਕ ਕਰ ਦਿੰਦੇ ਹੈਗੇ। ਜਾ ਰਹੀ ਸੀ ਬਸ ਦਿਲ ਦੇ ਵਿੱਚ ਬਾਈ ਜੀ ਦੀਆਂ, ਸਿੱਧੂ ਮੂਸੇਵਾਲੇ ਦੀਆਂ ਯਾਦਾਂ ਸੀ, ਉਹਦੀਆਂ ਹੀ ਗੱਲਾਂ ਅਸੀਂ ਕਰ ਰਹੇ ਸੀਗੇ ਗੱਡੀ ਦੇ ਵਿੱਚ ਬੈਠੇ ਵੀ ਇੰਨੀ ਛੋਟੀ ਏਜ ਦੇ ਵਿੱਚ ਦੇਖ ਲੈ ਕਿੰਨੀ ਮਹਾਨਤਾ ਹਾਸਲ ਕਰ ਲਈ, ਪੂਰੀ ਦੁਨੀਆ ਦਾ ਦਿਲ ਜਿੱਤ ਲਿਆ। ਇੰਨੀ ਛੋਟੀ ਉਮਰ ਦੇ ਵਿੱਚ ਉਸ ਬੰਦੇ ਨੇ ਇੰਨੀ ਕਮਾਈ ਕੀਤੀ ਕਿ ਅੱਜ 2 ਮਹੀਨੇ ਹੋਣ ਵਾਲੇ ਹੋ ਰਹੇ ਨੇਗੇ ਉਹਨਾਂ ਨੂੰ, 29 ਤਰੀਕ ਨੂੰ 2 ਮਹੀਨੇ ਹੋ ਜਾਣੇ ਨੇਗੇ। ਲੇਕਿਨ ਹਾਲੇ ਵੀ ਲੋਕ ਪਤਾ ਨਹੀਂ ਕਿੱਧਰੋਂ ਕਿੱਥੋਂ ਆ ਕੇ ਉਹਨਾਂ ਦੇ ਮੰਮੀ ਡੈਡੀ ਦਾ ਦੁੱਖ ਵੰਡਾ ਰਹੇ ਨੇਗੇ, ਉਹਨਾਂ ਨੂੰ ਹੌਸਲਾ ਦੇਣ ਆਉਂਦੇ ਹੈਗੇ, ਉਹਦੀ ਮਾਂ ਦੀ ਕੁੱਖ ਨੂੰ ਸਲਾਮਾਂ ਕਰਨ ਆਉਂਦੇ ਹੈਗੇ ਲੋਕ। ਅਤੇ ਉਹਦੀ ਕਮਾਈ ਜਿਹੜੀ ਉਹਨਾਂ ਨੇ ਕਿਰਤ ਕਰੀ ਸੀਗੀ, ਕਮਾਈ ਕਰੀ ਸੀਗੀ, ਉਹਨੂੰ ਦੇਖਣ ਆ ਰਹੇ ਨੇਗੇ। ਇੰਨੀ ਛੋਟੀ ਦੇ ਉਮਰ ਦੇ ਵਿੱਚ ਇੰਨਾ ਲੋਕਾਂ ਦਾ ਦਿਲ ਜਿੱਤਣਾ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਬਹੁਤ ਵੱਡੀ ਗੱਲ ਹੈਗੀ। ਇਹ ਬਹੁਤ ਔਖਾ ਗਾ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਮਹਾਨਤਾ ਹਾਸਲ ਕਰਨੀ। ਅਤੇ ਪਤਾ ਨਹੀਂ ਉਹ ਮਾਂ ਨੇ ਉਹਨੂੰ ਕਿਹੜੇ ਸੰਸਕਾਰ ਦਿੱਤੇ ਅਤੇ ਕਿਵੇਂ ਉਹਨੂੰ ਇੰਨੇ ਚਾਵਾਂ ਲਾਡਾਂ ਨਾਲ ਮਾਂ ਨੇ ਪਾਲਿਆ। ਆਪਣੇ 6 ਫੁੱਟ ਦੇ ਪੁੱਤ ਨੂੰ, ਗੱਭਰੂ ਜਵਾਨ ਨੂੰ ਐਵੇਂ ਤੋਰਨਾ ਵੀ ਬਹੁਤ ਜ਼ਿਆਦਾ ਔਖਾ ਲੱਗਦਾ ਹੈਗਾ। ਧੰਨ ਨੇ ਉਹ ਮਾਂ ਬਾਪ, ਅੱਜ ਉਹਨਾਂ ਨੂੰ ਲੱਖਾਂ ਲੋਕ ਆ ਕੇ ਉਹਨਾਂ ਨੂੰ ਹੌਸਲਾ ਦੇ ਰਹੇ ਨੇਗੇ ਅਤੇ ਉਹਨਾਂ ਦੇ ਚਰਨ ਛੂਹ ਰਹੇ ਨੇਗੇ। ਉਹ ਤਾਂ ਸੰਤਾਂ ਵਰਗੇ ਨੇਗੇ, ਉਹ ਦੋਨੇ ਹੀ, ਉਹਦੇ ਮੰਮੀ ਡੈਡੀ ਵਿਚਾਰੇ ਬਿਲਕੁਲ ਸਾਦੇ ਜਿਹੇ ਸਿੰਪਲ ਜਿਹਾ ਉਹ ਆਪਣੀ ਜ਼ਿੰਦਗੀ ਕੱਟ ਰਹੇ ਸੀਗੇ। ਇੰਨਾ ਪਹਾੜ ਉਹਨਾਂ ਉੱਤੇ ਟੁੱਟ ਜੂਗਾ, ਉਹਨਾਂ ਨੇ ਕਦੇ ਸੁਪਨਾ ਵੀ ਨਹੀਂ ਦੇਖਿਆ ਹੋਊਗਾ। ਐਵੇਂ ਮਿਹਨਤਾਂ ਕੀਤੀਆਂ ਸੀਗੀਆਂ ਉਹਨਾਂ ਨੇ ਵਿਚਾਰਿਆਂ ਨੇ, ਪਤਾ ਨਹੀਂ ਦਿਹਾੜੀਆਂ ਕਰ ਕਰਕੇ ਆਪਣੇ ਪੁੱਤ ਨੂੰ ਕਿਵੇਂ ਪਾਲਿਆ ਸੀਗਾ। ਚਲੋ ਅੱਜ ਉਹ ਸਾਰੀ ਉਹਨਾਂ ਨੂੰ ਸੁੱਖ ਸੁਵਿਧਾ ਮਿਲ ਗਈ ਸੀਗੀ ਅਤੇ ਉਹਨਾਂ ਦਾ ਪੁੱਤ ਸੀਗਾ ਸਰਵਣ ਪੁੱਤ, ਉਹਨਾਂ ਦਾ ਸਰਵਣ ਪੁੱਤ ਸੀਗਾ ਇੱਕ। ਉਹ ਕਹਿੰਦੇ ਹੋਵੇ ਏਕ ਹੋਵੇ ਨੇਕ, ਉਹ ਇੱਕ ਨੇਕ ਸੀਗਾ, ਨੇਕ ਪੁੱਤ ਸੀਗਾ ਆਪਣੇ ਮਾਂ ਬਾਪ ਦਾ। ਆਪਣੇ ਮਾਂ ਬਾਪ ਨੂੰ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਦਾ ਸੀਗਾ।
ਉਹਨਾਂ ਦਾ ਹਾਲ ਚਾਲ ਪੁੱਛਦਾ, ਉਹਨਾਂ ਨਾਲ ਲਾਡ ਲੜਾਉਂਦਾ। ਮੈਂ ਅੱਜ ਤੱਕ ਕੋਈ ਇਹੋ ਜਿਹਾ ਕਲਾਕਾਰ ਨਹੀਂ ਦੇਖਿਆ ਹੈਗਾ ਜਿਹੜਾ ਆਪਣੇ ਮੰਮੀ ਡੈਡੀ ਨੂੰ ਲੈ ਕੇ ਨਾਲ ਤੁਰਦਾ ਹੋਵੇ। ਉਹਨੇ ਆਪਣੇ ਗਲ ਦੇ ਵਿੱਚ ਵੀ ਆਪਣੀ ਮਾਂ ਦੇ ਲੋਕਟ, ਆਪਣੇ ਡੈਡੀ ਦੇ ਲੋਕਟ ਪਾ ਕੇ ਰੱਖਦਾ ਸੀਗਾ। ਉਹਨੇ ਪਾਏ ਹੋਏ ਸੀਗੇ, ਹਮੇਸ਼ਾ ਹੀ ਰੱਖਦਾ ਸੀ। ਆਪਣੀ ਮਾਂ ਨੂੰ ਅਤੇ ਆਪਣੇ ਪਿਓ ਨੂੰ ਹੀ ਬਸ ਆਪਣਾ ਰੱਬ ਸਮਝਦਾ ਸੀਗਾ ਵੀ ਇਹਨਾਂ ਨੇ ਮੈਨੂੰ ਜਨਮ ਦਿੱਤਾ, ਪਾਲਿਆ ਪਲੋਸਿਆ, ਇਹੀ ਮੇਰੇ ਰੱਬ ਨੇਗੇ। ਉਹ ਆਪਣੇ ਮਾਂ ਬਾਪ ਨੂੰ ਇੰਨਾ ਲੜ ਲੜਾ ਗਿਆ ਕਿ ਅੱਜ ਉਹ ਮੱਛੀ ਦੀ ਤਰ੍ਹਾਂ ਵਿਚਾਰੇ ਤੜਫ ਰਹੇ ਨੇਗੇ ਆਪਣੇ ਬੱਚੇ ਲਈ, ਆਪਣੇ ਪੁੱਤ ਦੇ ਲਈ। ਬਹੁਤ ਔਖਾ ਗਾ ਐਵੇਂ ਵਿਛੋੜਾ ਪੁੱਤ ਦਾ ਝੱਲਣਾ। ਲਓ ਜੀ, ਆਪਾਂ ਪਹੁੰਚ ਗਏ ਭੀਖੀ। ਭੀਖੀ ਬਿਲਕੁਲ ਵੀ ਮੀਂਹ ਨਹੀਂ ਹੈਗਾ, ਬਿਲਕੁਲ ਐਨ ਸੁੱਕਾ ਸੀਗਾ, ਵਧੀਆ ਸੀ। ਅਤੇ ਬਸ ਬੱਦਲ ਛਾਏ ਹੋਏ ਸੀਗੇ ਥੋੜ੍ਹੇ ਥੋੜ੍ਹੇ ਜਿਹੇ, ਅਤੇ ਗਰਮੀ ਵੀ ਨਹੀਂ ਸੀਗੀ। ਬਸ ਉਹਦੀਆਂ ਹੀ ਗੱਲਾਂ ਕਰ ਰਹੇ ਸੀਗੇ ਗੱਡੀ ਦੇ ਵਿੱਚ ਬੈਠੇ। ਇੱਕ ਪਲ ਵੀ ਅਸੀਂ ਨੇ ਕੋਈ ਹੋਰ ਗੱਲ ਨਹੀਂ ਛੇੜੀ ਹੈਗੀ, ਉਹਦੀਆਂ ਹੀ ਗੱਲਾਂ ਉਹਨੇ ਇੰਨੀ, ਬਸ ਉਹਦੇ ਵਰਗਾ ਤਾਂ ਬਣਨਾ ਹੀ ਔਖਾ ਗਾ। ਇਹੋ ਜਿਹੀ ਰੂਹ ਧਰਤੀ 'ਤੇ ਆਈ ਥੋੜ੍ਹੇ ਦਿਨਾਂ ਦੇ ਵਾਸਤੇ, ਅਤੇ ਇੰਨੀ ਪਵਿੱਤਰ ਰੂਹ। ਜੋ ਕੁਛ ਵੀ ਉਹਨੇ ਆਪਣੀ ਜ਼ਿੰਦਗੀ ਬਾਰੇ ਸੱਚਾਈਆਂ ਲਿਖ ਗਿਆ, ਬਾਕੀ ਉਹ ਸਾਰਾ ਕੁਛ ਸੱਚ ਹੋਇਆ। ਪਤਾ ਨਹੀਂ ਕੀ ਉਹਦੇ ਅੰਦਰ ਕੋਈ ਕੀ ਬੋਲਦਾ ਸੀਗਾ, ਕੀ ਚੀਜ਼ ਸੀ ਉਹਦੇ ਅੰਦਰ ਜਿਹੜੀ ਉਹ ਤੋਂ ਲਿਖਵਾ ਰਹੀ ਸੀਗੀ ਸਾਰਾ ਕੁਛ ਵੀ ਐਵੇਂ ਲਿਖ। ਕਿਸੇ ਬੰਦੇ ਨੂੰ ਅੱਜ ਤੱਕ ਆਪਣੀ ਜ਼ਿੰਦਗੀ ਦੇ ਅੰਤ ਦਾ ਕੋਈ ਪਤਾ ਹੀ ਨਹੀਂ ਮਤਲਬ ਲੱਗਿਆ ਹੈਗਾ ਕਿ ਅਸੀਂ ਨੇ ਕਿਵੇਂ ਮਰਨਾ ਹੈ, ਕਿੱਥੇ ਮਰਨਾ ਹੈ, ਬਿਮਾਰ ਹੋ ਕੇ ਜਾਂ ਕਿਵੇਂ। ਉਹ ਬੰਦਾ ਇਕੱਲੀ ਇਕੱਲੀ ਚੀਜ਼ ਲਿਖ ਗਿਆ ਵੀ ਇੱਥੇ ਐਂ ਹੋਣਾ, ਇੱਥੇ ਐਂ ਹੋਣਾ ਗਾ, ਸਾਰਾ ਕੁਛ ਲਿਖ ਗਿਆ। ਪਤਾ ਨਹੀਂ ਕੋਈ ਉਹਨੂੰ ਸਮਝ ਹੀ ਨਹੀਂ ਪਾਇਆ ਹੈਗਾ ਵੀ ਉਹ ਕੀ ਲਿਖ ਰਿਹਾ ਹੈਗਾ, ਕੀ ਗਾ ਰਿਹਾ ਹੈਗਾ। ਅਤੇ ਹੁਣ ਸਾਨੂੰ ਇਕੱਲੇ ਇਕੱਲੇ ਪੁਆਇੰਟ ਨੋਟ, ਜਦੋਂ ਆਪਾਂ ਗਾਣਾ ਸੁਣਦੇ ਹਾਂ ਇਕੱਲੇ ਇਕੱਲੇ ਪੁਆਇੰਟ ਨੋਟ, ਛੋਟੇ ਛੋਟੇ ਪੁਆਇੰਟ ਨੋਟ ਕਰਦੇ ਹੈਗੇ। ਬਾਕੀ ਉਹ ਆਪਣੀ ਜ਼ਿੰਦਗੀ ਦਾ ਹੀ ਹਿਸਟਰੀ ਲਿਖ ਰਿਹਾ ਸੀਗਾ, ਕੋਈ ਜ਼ਿੰਦਗੀ ਦੀ ਸੱਚ ਲਿਖ ਰਿਹਾ ਸੀ, ਮੇਰੇ ਨਾਲ ਐਵੇਂ ਹੋਣਾ, ਐਵੇਂ ਹੋਣਾ। ਲਓ ਜੀ, ਆਪਾਂ ਪਹੁੰਚ ਗਏ ਹੈਗੇ ਮੂਸੇ ਪਿੰਡ। ਇੱਥੋਂ ਦੂਰੋਂ ਹੀ ਉਹਦੀ ਹਵੇਲੀ ਦਿਖ ਰਹੀ ਸੀ, ਲੇਕਿਨ ਕੈਮਰੇ ਦੇ ਵਿੱਚ, ਮੋਬਾਈਲ ਦੇ ਵਿੱਚ ਨਹੀਂ ਆ ਰਹੀ ਸੀਗੀ। ਅਤੇ ਬਹੁਤ ਲੋਕ ਆਉਂਦੇ ਹੈਗੇ, ਡੇਲੀ ਆਉਂਦੇ ਹੈਗੇ, ਪਰ ਉਹਨਾਂ ਨੇ ਸੰਡੇ, ਉਹਨਾਂ ਨੇ ਦਿਨ ਰੱਖਿਆ ਹੋਇਆ ਵੀ ਐਤਵਾਰ ਨੂੰ ਹੀ ਆਉਣਾ, ਤੁਸੀਂ ਸੰਡੇ ਵਾਲੇ ਦਿਨ ਹੀ ਆਉਣਾ ਗਾ। ਫਿਰ ਵੀ ਲੋਕ ਡੇਲੀ ਆਉਂਦੇ ਹੈਗੇ ਉੱਥੇ, ਬਹੁਤ ਜ਼ਿਆਦਾ ਗਿਣਤੀ ਦੇ ਵਿੱਚ। ਆਪਾਂ ਪਹੁੰਚ ਗਈਆਂ ਉਹਦੀ ਸਮਾਧ ਕੋਲੇ ਜੀ। ਬਸ ਪੈਰ ਰੱਖਦੇ ਹੀ ਇੰਨਾ ਮਨ ਔਖਾ ਹੋਇਆ, ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਹੈਗੇ। ਟਿੱਬਿਆਂ ਦਾ ਪੁੱਤ ਟਿੱਬਿਆਂ ਦੇ ਵਿੱਚ ਸਮਾ ਗਿਆ, ਇੰਨੀ ਛੋਟੀ ਉਮਰ ਦੇ ਵਿੱਚ ਉਹਦਾ ਦੁਨੀਆ ਤੋਂ ਜਾਣਾ ਬਹੁਤ ਔਖਾ ਲੱਗਦਾ ਗਾ। ਇਹ ਦੁੱਖ ਨਹੀਂ ਝੱਲਿਆ ਜਾਂਦਾ ਹੈਗਾ। ਅਤੇ ਉਹ ਇੱਕ ਮਾਨਸਾ ਜ਼ਿਲ੍ਹੇ ਨੂੰ ਬੁਲੰਦੀਆਂ 'ਤੇ ਪਹੁੰਚਾ ਗਿਆ। ਬਹੁਤ ਨਾਂ ਰੌਸ਼ਨ ਕੀਤਾ ਉਹਨੇ ਮਾਨਸਾ ਡਿਸਟ੍ਰਿਕਟ ਦਾ। ਜਿਹੜੇ ਮਾਨਸਾ ਡਿਸਟ੍ਰਿਕਟ ਨੂੰ ਕੋਈ ਜਾਣਦਾ ਨਹੀਂ ਸੀਗਾ, ਲੋਕ ਕਹਿੰਦੇ ਸੀ ਇਹ ਬੈਕਵਰਡ ਏਰੀਆ ਹੈਗਾ, ਬੈਕਵਰਡ ਏਰੀਏ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀਗਾ। ਦੁਨੀਆ ਗੂਗਲ 'ਤੇ ਸਰਚ ਮਾਰ ਮਾਰ ਕੇ ਇਸ ਪਿੰਡ ਦੇ ਵਿੱਚ, ਮੂਸੇ ਪਿੰਡ ਮਾਨਸਾ ਜ਼ਿਲ੍ਹੇ ਨੂੰ ਲੱਭ ਲੱਭ ਕੇ ਇੱਥੇ ਪਹੁੰਚ ਰਹੀ ਹੈਗੀ। ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈਗੀ ਸਾਡੇ ਲਈ। ਮੈਂ ਵੀ ਮਾਨਸਾ ਡਿਸਟ੍ਰਿਕਟ ਦੀ ਹੈਗੀ। ਮਾਣ ਹੈ ਮੈਨੂੰ ਆਪਣੇ ਛੋਟੇ ਭਰਾ 'ਤੇ, ਫਖਰ ਮਹਿਸੂਸ ਕਰਦੀ ਹੈਗੀ। ਬੇਸ਼ੱਕ ਏਜ ਦੇ ਵਿੱਚ ਉਹ ਮੇਰੇ ਨਾਲੋਂ ਛੋਟਾ ਸੀ, ਪਰ ਹੈਸੀਅਤ ਦੇ ਵਿੱਚ ਉਹ ਬਹੁਤ ਜ਼ਿਆਦਾ ਮਹਾਨ ਸੀ, ਬਹੁਤ ਜ਼ਿਆਦਾ ਉਹਨੇ ਬੁਲੰਦੀਆਂ ਨੂੰ ਛੂਹ ਲਿਆ ਸੀਗਾ। ਮੈਂ, ਮੇਰੀ ਮੰਮੀ, ਭਾਬੀ, ਅਸੀਂ ਬਹੁਤ ਇੱਥੇ ਰੋਏ। ਅਤੇ ਔਖਾ ਗਾ, ਐਵੇਂ ਲੱਗਦਾ ਗਾ, ਸੱਚੇ ਦਿਲੋਂ ਦੁੱਖ ਹੋਇਆ ਹੈਗਾ। ਐਵੇਂ ਲੱਗਦਾ ਨਹੀਂ ਗਾ ਕੋਈ ਬੇਗਾਨਾ ਗਾ ਉਹ। ਕਦੇ ਉਹਦੇ ਨਾਲ ਗੱਲ ਨਹੀਂ ਕੀਤੀ, ਕਦੇ ਮਿਲੇ ਨਹੀਂ ਹੈਗੇ ਜਦੋਂ ਜਿਉਂਦਾ ਸੀਗਾ, ਕਦੇ ਆਉਣ ਦਾ ਮੌਕਾ ਹੀ ਨਹੀਂ ਮਿਲਿਆ ਬਸ। ਅਤੇ ਐਂ ਲੱਗ ਰਿਹਾ ਗਾ ਕੋਈ ਆਪਦੇ ਪਰਿਵਾਰ ਦਾ ਮੈਂਬਰ ਗਿਆ ਗਾ, ਕੋਈ ਪਰਿਵਾਰ ਦਾ ਮੈਂਬਰ ਵਿਛੜਿਆ ਗਾ। ਹਰ ਇੱਕ ਨੂੰ ਹੀ ਐਵੇਂ ਲੱਗ ਰਿਹਾ ਗਾ, ਇਕੱਲਾ ਸਾਨੂੰ ਹੀ ਨਹੀਂ, ਮੈਂ ਹੀ ਨਹੀਂ ਕਹਿ ਰਹੀ ਹੈਗੀ, ਹਰ ਇੱਕ ਨੂੰ ਹੀ ਐਵੇਂ ਲੱਗ ਰਿਹਾ ਗਾ। ਇੱਥੇ ਲਿਖਿਆ ਹੋਇਆ ਗਾ ਵੀ ਮੱਥਾ ਨਹੀਂ ਟੇਕਣਾ ਹੈਗਾ, ਬਟ ਸਾਡੇ ਦਿਲਾਂ ਦੇ ਵਿੱਚ, ਆਪਣੇ ਸਾਰਿਆਂ ਦੇ ਦਿਲਾਂ ਦੇ ਵਿੱਚ ਉਹਦੇ ਪ੍ਰਤੀ ਸਤਿਕਾਰ ਹੈਗਾ। ਮੱਥਾ ਨਹੀਂ ਟੇਕ ਰਹੇ, ਵੈਸੇ ਵੀ ਆਪਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੇ ਹੈਗੇ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੋਲਦੇ ਹੈਗੇ, ਪਰ ਇਹ ਸਤਿਕਾਰ ਹੈਗਾ ਸਾਡੇ ਬਾਈ ਜੀ ਦੇ ਲਈ। ਇੱਥੇ ਉਹਦੀ ਸਮਾਧ ਬਣੀ ਹੋਈ ਹੈਗੀ, ਨਾਲ ਹੀ ਟਾਹਲੀ ਹੈਗੀ ਉਹਦੇ ਕੋਲ ਹੀ, ਅਤੇ ਨਾਲ ਹੀ ਕੋਈ ਟਰੈਕਟਰ 'ਤੇ ਕੋਈ ਖੇਤ ਵਾਹ ਰਿਹਾ ਸੀਗਾ, ਅਤੇ ਬਸ ਉਸੇ ਦੇ ਗਾਣੇ ਚੱਲ ਰਹੇ ਸੀਗੇ। ਸਾਹਮਣੇ ਉਹਦਾ ਬੁੱਤ ਲੱਗਿਆ ਪਿਆ, ਅਤੇ ਉਹਦੀ ਆਵਾਜ਼ ਟਰੈਕਟਰ 'ਤੇ ਸੁਣ ਰਹੇ ਹੈਗੇ।
ਬਹੁਤ ਮਨ ਔਖਾ ਹੋਇਆ ਐਵੇਂ। ਉਹਦੀ ਆਵਾਜ਼ ਵੀ ਸੁਣੀ ਅਤੇ ਉਹ ਇੱਥੇ ਅਸੀਂ ਆਏ ਹੋਏ ਸੀਗੇ, ਸਾਹਮਣੇ ਉਹਦਾ ਬੁੱਤ ਲੱਗਿਆ ਹੋਇਆ ਸੀਗਾ ਅਤੇ ਕੋਲ ਹੀ ਉਹਦੇ ਟਰੈਕਟਰ 'ਤੇ ਗਾਣੇ ਵੱਜ ਰਹੇ ਸੀਗੇ। ਬਸ ਕਦੇ ਉਹ ਵੀ ਦਿਨ ਹੋਣਗੇ ਜਦੋਂ ਉਹ ਇੱਥੇ ਹਲ ਵਾਉਂਦਾ ਹੋਊਗਾ ਆਪਦੇ ਦੋਸਤਾਂ ਨਾਲ, ਆਪਦੇ ਯਾਰਾਂ ਮਿੱਤਰਾਂ ਨਾਲ ਇੱਥੇ ਆਉਂਦਾ ਹੋਊਗਾ ਅਤੇ ਅੱਜ ਉਹਦਾ ਬੁੱਤ ਲੱਗਿਆ ਪਿਆ ਗਾ। ਸੋਚ ਕੇ ਮਨ ਔਖਾ ਹੋ ਰਿਹਾ ਸੀਗਾ। ਬਸ ਤੁਹਾਨੂੰ ਦੱਸ ਹੀ ਨਹੀਂ ਸਕਦੇ ਕਿ ਦਿਲ ਕਿੰਨਾ ਉਹ ਹੋਇਆ। ਇਕੱਲਾ ਸਾਡਾ ਹੀ ਨਹੀਂ, ਸਾਰਿਆਂ ਦੀ ਉੱਥੇ ਜਾ ਕੇ ਐਵੇਂ ਹੁੰਦਾ ਗਾ, ਔਖਾ ਹੁੰਦਾ ਗਾ ਮਨ ਬਹੁਤ ਜ਼ਿਆਦਾ। ਬਹੁਤ ਦੁਨੀਆ ਆਉਂਦੀ ਹੈਗੀ, ਦਿਲੋਂ ਦੁੱਖ ਹੋਇਆ ਗਾ। ਇਹ ਰਸਤਾ ਉਹਦੀ ਹਵੇਲੀ ਨੂੰ ਜਾਂਦਾ ਹੈਗਾ ਜੀ, ਬਾਈ ਜੀ ਦੀ ਹਵੇਲੀ ਨੂੰ ਜਾ ਰਿਹਾ ਹੈਗਾ। ਅਤੇ ਅਸੀਂ ਤੁਰ ਕੇ ਜਾ ਰਹੇ ਸੀਗੇ ਸਮਾਧ ਤੋਂ, ਇੱਧਰ ਘਰ ਬਣੀ ਜਾ ਰਹੇ ਸੀ ਉੱਥੇ ਉਹਨਾਂ ਦੇ ਮੰਮੀ ਡੈਡੀ ਨੂੰ ਮਿਲਣ ਵਾਸਤੇ। ਦੇਖੋ ਬਹੁਤ ਦੁਨੀਆ ਪਹੁੰਚਦੀ ਹੈਗੀ, ਕੋਈ ਵੈਨ ਕਰਾ ਕੇ, ਗੱਡੀਆਂ ਲੈ ਕੇ ਲੋਕ ਬਹੁਤ ਦੂਰੋਂ ਆਉਂਦੇ ਹੈਗੇ ਉਹਨਾਂ ਦੇ ਮਾਂ ਪਿਓ ਦਾ ਦੁੱਖ ਵੰਡਾਉਣ। ਅਤੇ ਇਹ ਹਵੇਲੀ ਐਵੇਂ ਲੱਗ ਰਹੀ ਸੀ ਜਿਵੇਂ ਸਿੱਧੂ ਮੂਸੇਵਾਲੇ ਨੂੰ ਆਵਾਜ਼ਾਂ ਮਾਰ ਰਹੀ ਹੋਵੇ ਵੀ ਕਿੱਧਰੋਂ ਆ ਜਾ। ਇਹ ਕੰਧਾਂ ਮੈਨੂੰ ਸੁੰਨੀਆਂ ਲੱਗੀਆਂ, ਰੋਂਦੀਆਂ ਹੋਈਆਂ ਲੱਗੀਆਂ ਮੈਨੂੰ, ਵੀ ਕਿਤੇ ਰੋ ਰਹੀਆਂ ਨੇਗੀਆਂ, ਉਹਦੇ ਬਿਨਾਂ ਸੁੰਨੀਆਂ ਨੇਗੀਆਂ। ਅਸੀਂ ਵੇਟ ਕਰ ਰਹੇ ਸੀਗੇ ਉਹਨਾਂ ਦੇ ਮੰਮੀ ਡੈਡੀ, ਖਾਣਾ ਵਗੈਰਾ ਖਾ ਕੇ ਵਿਚਾਰੇ ਫਿਰ ਸਾਰਿਆਂ ਨੂੰ ਮਿਲਦੇ ਹੈਗੇ। ਔਖਾ ਗਾ ਡੇਲੀ ਸਾਰਿਆਂ ਨੂੰ ਵੀ ਮਿਲਣਾ, ਪਰ ਉਹ ਮਾਣ ਰੱਖਦੇ ਹੈਗੇ ਸਾਰਿਆਂ ਦਾ। ਇਹ ਉਹਨਾਂ ਦੇ ਰੱਖੇ ਹੋਏ ਆ ਜਿਹੜੇ ਸਿੱਧੂ ਮੂਸੇਵਾਲੇ ਦੇ ਕੁੱਤੇ ਨੇਗੇ ਵਿਚਾਰੇ, ਇਹ ਹੈਗੇ, ਇਹ ਵੀ ਬੈਠੇ ਹੈਗੇ। ਉਹਨੂੰ ਸ਼ੌਂਕ ਸੀ ਟਰੈਕਟਰਾਂ ਦਾ, ਦੇਖੋ ਕਿਵੇਂ ਖੜ੍ਹੇ ਹੈਗੇ। ਇਹ ਵੀ ਮੈਨੂੰ ਕਿਤੇ ਰੋਂਦੇ ਹੋਏ ਲੱਗੇ ਵੀ ਤੇਰੇ ਬਿਨਾਂ ਅਸੀਂ ਕੱਖਾਂ ਦੇ ਹੈਗੇ, ਤੇਰੇ ਬਿਨਾਂ ਸਾਡੀ ਕੋਈ ਕੀਮਤ ਨਹੀਂ ਹੈਗੀ। ਇਹ ਟਰਾਲੀ ਉਹਨੇ ਬੜੇ ਸ਼ੌਂਕ ਨਾਲ ਸ਼ਿੰਗਾਰੀ ਸੀਗੀ। ਦੇਖੋ ਕਿਵੇਂ ਰੀਝਾਂ ਨਾਲ ਤਿਆਰ ਕਰਾਏ ਆ ਉਹਨੇ ਸਾਰੇ। ਉਹਨੂੰ ਟਰੈਕਟਰਾਂ ਦਾ, ਗੱਡੀਆਂ ਦਾ ਬਹੁਤ ਸ਼ੌਂਕ ਸੀ। ਇਹ ਗੱਡੀ ਉਹਨੇ ਆਪਣੇ ਡੈਡੀ ਦੇ ਲਈ ਮੋਡੀਫਾਈ ਕਰਵਾਈ ਸੀਗੀ, ਉਹ ਗੱਡੀ ਹੈਗੀ। ਅਤੇ ਬਹੁਤ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਹੋਣਾ। ਮੈਨੂੰ ਕਿਤੇ ਇਹ ਰੋਂਦੇ ਹੋਏ ਲੱਗੇ ਵੀ ਤੇਰੇ ਬਿਨਾਂ ਅਸੀਂ ਅਧੂਰੇ ਹਾਂ। ਬੇਸ਼ੱਕ ਇਹ ਲੋਹਾ ਹੈਗਾ ਅਤੇ ਕਿਸੇ ਨੇ ਨਹੀਂ ਐਵੇਂ ਉਹ ਕਰਨਾ, ਪਰ ਮੈਨੂੰ ਇਹ ਚੀਜ਼ਾਂ ਸਾਰੀਆਂ ਹੀ ਅਧੂਰੀਆਂ ਲੱਗੀਆਂ ਸਿੱਧੂ ਮੂਸੇਵਾਲੇ ਬਿਨਾਂ, ਵੀ ਤੇਰੇ ਤੋਂ ਬਿਨਾਂ ਅਸੀਂ ਕੱਖਾਂ ਖਾਨਿਆਂ ਦੇ ਵੀ ਨਹੀਂ ਹੈਗੇ। ਮੇਰੇ ਪਿੱਛੇ ਮਨਿੰਦਰ ਰੋ ਰਿਹਾ ਸੀਗਾ, ਮੈਨੇ ਧਿਆਨ ਹੀ ਨਹੀਂ ਦਿੱਤਾ ਹੈਗਾ ਇਹ ਚੀਜ਼ਾਂ ਨੂੰ ਸਾਰੀਆਂ ਨੂੰ। ਦੇਖ ਕੇ ਉਹਨਾਂ ਦੇ ਮੰਮੀ ਡੈਡੀ ਜਾਮਣ ਥੱਲੇ ਬੈਠੇ ਸਾਰਿਆਂ ਨੂੰ ਮਿਲ ਰਹੇ ਸੀਗੇ ਵਿਚਾਰੇ। ਕੋਈ ਰੋ ਰਿਹਾ ਸੀ, ਉਹਨਾਂ ਨੂੰ ਚੁੱਪ ਕਰਾ ਰਹੇ ਸੀਗੇ। ਸੰਤਾਂ ਵਰਗੇ ਉਹਦੇ ਮਾਂ ਬਾਪ ਵਿਚਾਰੇ ਸਾਰਿਆਂ ਨੂੰ ਮਿਲਦੇ ਨੇ, ਕਿਸੇ ਨੂੰ ਮਨਾ ਨਹੀਂ ਕਰਦੇ ਹੈਗੇ ਮਿਲਣ ਤੋਂ। ਅਤੇ ਦੇਖ ਕੇ ਇਹ ਹਵੇਲੀ ਕਿਤੇ ਸਿੱਧੂ ਨੂੰ ਆਵਾਜ਼ਾਂ ਮਾਰਦੀ ਮੈਨੂੰ ਦਿਖੀ।
ਇਹ ਟਰੈਕਟਰ ਦਾ ਮੈਨੂੰ ਪਤਾ ਨਹੀਂ ਹੈਗਾ, ਕੋਈ ਗਿਫਟ ਦੇਣ ਆਇਆ ਸੀਗਾ ਮੈਨੂੰ ਲੱਗਿਆ। ਅਤੇ ਛੋਟਾ ਜਿਹਾ ਟਰੈਕਟਰ ਸੀ, ਬਹੁਤ ਸੋਹਣਾ ਤਿਆਰ ਕਰਵਾ ਕੇ ਲੈ ਕੇ ਆਏ ਸੀ। ਜਾਂ ਇਹ ਸਿੱਧੂ ਬਾਈ ਜੀ ਦਾ ਗਾ, ਇਹ ਬਾਹਰ ਹੀ ਖੜ੍ਹਾ ਸੀਗਾ, ਕੋਈ ਲੈ ਕੇ ਆਇਆ ਸੀ, ਬਾਅਦ 'ਚ ਅੰਦਰ ਲੈ ਕੇ ਗਏ ਹੈਗੇ। ਇਹ ਹੈਗੀ ਉਹਦੀ ਕਮਾਈ, ਜਿਹੜਾ ਉਹਨੇ ਲੋਕਾਂ ਦਾ ਦਿਲ ਜਿੱਤਿਆ ਗਾ। ਇੰਨੀ ਗਿਣਤੀ ਦੇ ਵਿੱਚ ਲੋਕ ਡੇਲੀ ਆਉਂਦੇ ਹੈਗੇ, ਐਤਵਾਰ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਆਉਂਦੇ ਹੈਗੇ। ਹਲੇ ਵੀ ਲੋਕ ਦੂਰੋਂ ਦੂਰੋਂ ਆ ਕੇ ਉਹਦੇ ਮਾਂ ਬਾਪ ਦਾ ਦੁੱਖ ਵੰਡਾ ਰਹੇ ਨੇਗੇ, ਦਰਦ ਵੰਡਾ ਰਹੇ ਹੈਗੇ। ਇਹ ਹੈਗਾ ਸਿੱਧੂ ਦੀ ਅਸਲੀ ਕਮਾਈ, ਦੇਖੋ।